अमृतसर के हेरिटेज स्ट्रीट पर निकाला गया कैंडल मार्च। सचखंड श्री हरमंदिर साहब के बाहर हुआ समापत। किसानी संघर्ष में शहीद हुए किसानों को आत्मिक शांति के लिए निकाला गया कैंडल मार्च। अकाली दल के शहरी प्रधान गुरप्रताप सिंह टिक्का भी हुए शामिल। लोगों ने कहा कृषि बिल को केंद्र सरकार रद्द करे। ब्यूरो रिपोर्ट, लाइव भारत। ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ, ਮੈਂ ਸਾਰੇ ਸਾਡੀਆਂ ਸਤਿਕਾਰਯੋਗ ਭੈਣਾਂ ਦਾ ਵੀਰਾਂ ਦਾ ਧੰਨਵਾਦ ਕਰਦਾ ਹਾਂ। ਐਨਜੀਓਜ਼ ਵੱਲੋਂ ਜਿਹੜੀਆਂ ਆਪਕੇ ਸਾਥ ਤੇ ਐਨਜੀਓਜ਼ ਨੇ, ਇਹ ਬਹੁਤ ਵੱਡੀ ਅਵੇਅਰਨੈਸ ਜਿਹੜੀ ਹੈ ਇਸ ਟਾਈਮ ਵਰਲਡ ਵਾਈਡ ਚੱਲੀ ਆ। ਬੱਚੇ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਕਿਸਾਨ ਮੋਰਚੇ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ, ਚਾਹੇ ਕੋਈ ਉੱਥੇ ਬਾਰਡਰਸ ਤੇ ਗਿਆ ਵਾ ਕਿ ਨਹੀਂ ਗਿਆ, ਕੋਈ ਸੋਸ਼ਲ ਮੀਡੀਆ ਦੇ ਉੱਪਰ, ਕੋਈ ਆਪਣੇ ਘਰਾਂ 'ਚ ਰਹਿ ਕੇ ਪ੍ਰੋਟੈਸਟ ਵੀ ਕਰ ਰਹੇ ਨੇ, ਕੋਈ ਕੈਂਡਲ ਮਾਰਚ ਕੱਢ ਰਿਹਾ ਹੈ। ਦੇਸ਼ਾਂ ਵਿਦੇਸ਼ਾਂ 'ਚ ਅੰਬੈਸੀਆਂ ਦੇ ਬਾਹਰ ਵੀ ਹੋਏ ਨੇ। ਸੋ ਇਹ ਜਿਹੜੇ ਕਾਲੇ ਕਾਨੂੰਨ 3 ਜਿਹੜੇ ਮੋਦੀ ਗੌਰਮੈਂਟ ਨੇ ਉਹ ਪੰਜਾਬੀਆਂ ਦੇ ਉੱਪਰ ਥੋਪੇ, ਜਿਨ੍ਹਾਂ ਨੇ ਹਮੇਸ਼ਾ ਹੀ ਦੇਸ਼ ਦੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ। 90% ਸਾਡੀਆਂ ਕੁਰਬਾਨੀਆਂ ਸੀ। ਤੇ ਫਿਰ ਜਦੋਂ ਦੇਸ਼ ਨੂੰ ਅੰਨ ਦੀ ਲੋੜ ਪਈ, 65-70 ਸਾਲ ਦੀ ਗੱਲ ਹੈ, ਜਦੋਂ ਇਸ ਹਿੰਦੁਸਤਾਨ ਦੇ ਵਿੱਚ ਅਕਾਲ ਪੈਣ ਵਾਲੀ ਗੱਲ ਹੋ ਗਈ। ਦੇਸ਼ਾਂ ਵਿਦੇਸ਼ਾਂ ਤੋਂ ਆਪਣੀ ਮਾੜੀ ਕਣਕ ਜਿਹੜੀ ਭੇਜਦੇ ਸੀ, ਪਰ ਉਦੋਂ ਜਿਹੜਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਦਾ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਨੇ ਦਿੱਤਾ ਸੀ, ਤੇ ਉਹਨਾਂ ਨੇ ਵੀ ਬਹੁਤ ਵੱਡਾ ਦਿਲ ਦਿਖਾ ਕੇ ਸਪੋਰਟ ਕੀਤੀ ਸੀ। ਤੇ 2-3 ਸਾਲਾਂ ਦੇ ਵਿੱਚ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕੇ, ਜਿੱਥੇ ਦੇਸ਼ ਦਾ ਢਿੱਡ ਨਹੀਂ ਭਰਿਆ, ਉੱਥੇ ਦੇਸ਼ਾਂ ਵਿਦੇਸ਼ਾਂ 'ਚ ਵੀ ਜਿਹੜੀ ਹੈ ਆਪਣਾ ਖਾਣ ਨੂੰ ਅੰਨ ਮੁਹੱਈਆ ਕਰਾਇਆ। ਤੇ ਅੱਜ ਉਸ ਕਿਸਾਨ ਦੇ ਉੱਪਰ ਕਾਲੇ ਕਾਨੂੰਨ ਲਾ ਕੇ ਕਾਰਪੋਰੇਟ ਘਰਾਣਿਆਂ ਨਾਲ ਅਡਾਨੀਜ਼ ਵਰਗਿਆਂ ਨੂੰ ਹੱਥਾਂ 'ਚ ਦੇਣ ਜਾ ਰਿਹਾ। ਸੋ ਕਿਸਾਨ ਕਦੀ ਵੀ ਬਰਦਾਸ਼ਤ ਨਹੀਂ ਕਰੂਗੇ। ਸਾਡੇ ਸਾਰਿਆਂ ਦੀ ਤੇ ਆਉਣ ਵਾਲੀ ਪੀੜ੍ਹੀਆਂ ਦੀ ਹੋਣ ਦੀ ਗੱਲ ਹੈ। ਸੋ ਪੰਜਾਬੀਅਤ ਨੇ ਹਮੇਸ਼ਾ ਵੀ ਅੱਗੇ ਹੋ ਕੇ ਜਿੱਥੇ ਹਰ ਮੋਰਚਾ ਫਤਿਹ ਕੀਤਾ ਹੈ, ਤੇ ਹੁਣ ਦੇ ਬਹੁਤ ਵੱਡੀ ਤਾਦਾਦ ਸਾਡੇ ਵੀਰ ਭਰਾ ਰਾਜਸਥਾਨ ਤੋਂ, ਹਰਿਆਣੇ ਤੋਂ, ਯੂਪੀ ਤੋਂ, ਹੋਰ ਜਿਹੜੀਆਂ ਸਟੇਟ 'ਚੋਂ ਵੀ ਸਪੋਰਟ ਆ ਰਹੀ ਹੈ। ਸੋ ਬੱਚਾ ਪੰਜਾਬ ਦਾ ਅੱਜ ਜਾਗਰੂਕ ਹੈ। ਬੱਚੇ ਆ, ਤੁਸੀਂ ਸਾਡੀਆਂ ਸਤਿਕਾਰਯੋਗ ਭੈਣਾਂ, ਬੀਬੀਆਂ, ਨੌਜਵਾਨ ਵੀਰ ਜਿਹੜੇ ਆ ਉੱਥੇ ਪਾਰਟੀਸਪੇਟ ਕਰ ਰਹੇ ਨੇ। ਅੱਜ ਵੀ ਕੈਂਡਲ ਮਾਰਚ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਗਈਆਂ, ਇਸ ਕਿਸਾਨੀ ਮੋਰਚੇ ਦੇ ਵਿੱਚ ਵੀਰ ਵਿਛੜ ਗਏ, ਮਾਤਾਵਾਂ, ਭੈਣਾਂ, ਨੌਜਵਾਨ ਵੀਰ ਉਸ ਸ਼ਹਾਦਤ ਦਾ ਜਾਮ ਪੀ ਕੇ। ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਮੋਰਚੇ 'ਚ ਜਾਂਦਾ, ਤਕਰੀਬਨ 2-3 ਮਹੀਨੇ ਹੋ ਗਏ ਆ ਇਸ ਮੁਹਿੰਮ 'ਚ ਚੱਲਦਿਆਂ ਨੂੰ, ਤੇ ਚਾਹੇ ਕਿਸਾਨ ਹਾਰਟ ਅਟੈਕ ਨਾ ਹੋਏ, ਕੋਈ ਐਕਸੀਡੈਂਟ ਨਾ ਹੋਏ, ਜਾਂ ਉੱਥੇ ਕੋਈ ਮੌਤਾਂ ਹੋ ਗਈਆਂ, ਉਹ ਆਪਾਂ ਸ਼ਹੀਦ ਹੀ ਕਹਿਣਾਂਗੇ। ਕਿਹਨਾਂ ਵੱਲੋਂ ਕੱਢਿਆ ਜਾ ਰਿਹਾ ਜੀ? ਇਹ ਆਪਕੇ ਸਾਥ ਜਿਹੜੀ ਐਨਜੀਓ ਹੈਗੀ ਆ, ਉਹਨਾਂ ਵੱਲੋਂ ਜਸਵਿੰਦਰ ਕੌਰ ਜੀ ਵੱਲੋਂ ਕੱਢਿਆ ਗਿਆ, ਤੇ ਉਹ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕਰਦੇ। ਮੈਂ ਗੱਲ ਕਰ ਰਿਹਾ ਵੀ ਅਵੇਅਰਨੈਸ, ਤੁਸੀਂ ਦੇਖੋ ਅੱਜ ਲੋਕ ਲਹਿਰ ਬਣ ਗਈ ਹੈ। ਅੱਜ ਸਕੂਲਾਂ ਕਾਲਜਾਂ ਦੇ ਬੱਚੇ ਆਪਣੇ ਆਪ ਜਾਂ ਨੌਜਵਾਨ ਵੀਰ ਵੱਡੀ ਤਾਦਾਦ 'ਚ ਉੱਥੇ ਪਾਰਟੀਸਪੇਟ ਕਰ ਰਹੇ ਨੇ, ਬਜ਼ੁਰਗ ਕਰ ਰਹੇ ਨੇ। ਸੋ ਤਗੜੇ ਹੋ ਕੇ ਆਪਾਂ ਸਾਰੇ ਸਾਥ ਦਈਏ, ਤੇ ਕਾਲੇ ਕਾਨੂੰਨ ਸ਼ੋਰ ਸ਼ਾਟ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਕਾਮਯਾਬੀ ਹਾਸਲ ਕਰਾਂਗੇ ਤੇ ਵਾਪਸ ਹੋਣਗੇ। ਜਸਵਿੰਦਰ ਕੌਰ ਸੋਹਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪ੍ਰੋਟੈਸਟ ਜਿਹੜਾ ਕੀਤਾ, ਕੀ ਇਹ ਪ੍ਰੋਟੈਸਟ ਕੈਂਡਲ ਮਾਰਚ ਨੂੰ ਲੈ ਕੇ ਅਸੀਂ ਇੱਥੇ ਸਾਰਿਆਂ ਨੇ ਇਕੱਠ ਕੀਤਾ ਹੈ। ਜੋ ਕਿਸਾਨ ਵੀਰ ਸ਼ਹੀਦ ਹੋਏ ਨੇ ਇਸ ਸੰਘਰਸ਼ ਦੇ ਚੱਲਦਿਆਂ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹੈ ਪ੍ਰੋਟੈਸਟ ਕੀਤਾ ਗਿਆ ਹੈ, ਔਰ ਇੱਕ ਕੈਂਡਲ ਮਾਰਚ ਕੀਤਾ ਹੈ। ਬੜੇ ਹੀ ਸ਼ਾਂਤੀਮਈ ਢੰਗ ਨਾਲ ਇਸ ਕੈਂਡਲ ਮਾਰਚ ਦਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਪ੍ਰਦਰਸ਼ਨ ਹੋਇਆ ਹੈ। ਕਿੰਨਾ ਵੱਲੋਂ ਕੀਤਾ ਗਿਆ? ਹਿਊਮਨ ਰਾਈਟ ਐਸੋਸੀਏਸ਼ਨਸ ਵੱਲੋਂ ਔਰ ਆਪਕੇ ਸਾਥ ਦਾ ਹੈਲਪਿੰਗ ਹੈਂਡ ਐਨਜੀਓ। ਕੀ ਮਕਸਦ ਕੀ ਸੀ? ਮਕਸਦ ਜੀ, ਜੋ ਸ਼ਹੀਦ ਹੋਏ ਕਿਸਾਨ ਵੀਰ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਔਰ ਉਹਨਾਂ ਦੇ ਲਈ ਅਰਦਾਸ ਕਰਨ ਲਈ ਕੀਤਾ ਗਿਆ ਹੈ ਕਿ ਵਾਹਿਗੁਰੂ ਜੀ ਉਹਨਾਂ ਪਵਿੱਤਰ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ, ਤੇ ਜੋ ਸਾਡੇ ਵੀਰ ਨੇ ਜੋ ਉੱਥੇ ਸੰਘਰਸ਼ ਲਈ ਬੈਠੇ ਹੋਏ ਨੇ, ਦਿਨ ਰਾਤ ਇੱਕ ਕੀਤਾ ਹੋਇਆ ਹੈ, ਉਹਨਾਂ ਨੂੰ ਜਲਦ ਤੋਂ ਜਲਦ ਨਿਆਂ ਮਿਲੇ। ਜਿਹੜੇ ਕਿਸਾਨ ਉੱਥੇ ਠੰਡ ਦੇ ਵਿੱਚ ਬੈਠੇ ਹੋਏ ਆਪਣੇ ਹੱਕਾਂ ਲਈ, ਕੀ ਕਰਨਾ ਚਾਹੁੰਦੇ ਹੋ ਜੀ? ਇਹ ਤਾਂ ਸਭ ਤੋਂ ਪਹਿਲੇ ਤਾਂ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹਾਂਗੀ ਕਿ ਉਹਨਾਂ ਨੂੰ ਆਪਣੇ ਅੰਦਰ ਜੋ ਇਨਸਾਨੀਅਤ ਭਾਵਨਾ ਨੂੰ ਜਗਾਉਣ। ਜੋ ਉੱਥੇ ਵੀਰ ਬੈਠੇ ਹੋਏ ਨੇ, ਜੋ ਮਾਤਾਵਾਂ ਬੈਠੀਆਂ ਨੇ, ਜੋ ਬੈਠੇ ਨੇ, ਜਦਕਿ ਉਹਨਾਂ ਨੂੰ ਬੈਠੇ ਹੋਇਆਂ ਨੂੰ ਬਹੁਤ ਹੀ ਗਲਤ ਨਾਮ ਦਿੱਤੇ ਜਾ ਰਹੇ ਨੇ। ਕਿਸੇ ਨੂੰ ਆਤੰਕਵਾਦੀ ਕਿਹਾ ਜਾ ਰਿਹਾ ਹੈ, ਖਾਲਿਸਤਾਨੀ ਕਿਹਾ ਜਾ ਰਿਹਾ ਹੈ, ਜਾਂ ਜਿਹੜੀਆਂ ਸੰਸਥਾਵਾਂ ਉਹਨਾਂ ਦੀ ਮਦਦ ਲਈ ਆਈਆਂ ਨੇ, ਜਿਵੇਂ ਖਾਲਸਾ ਏਡ ਆਇਆ, ਸਭ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਇਹ ਸਭ ਅੱਤਵਾਦੀ ਨੇ, ਕਿਉਂਕਿ ਇਹਨਾਂ ਦੀਆਂ ਨਜ਼ਰਾਂ 'ਚ ਅੱਤਵਾਦੀ ਨੇ। ਜਦਕਿ ਜੋ ਇੱਕ ਦੇਸ਼ ਦਾ ਅੰਨਦਾਤਾ ਹੈ, ਜੋ ਦੇਸ਼ ਲਈ ਰੋਟੀ ਦਿੰਦਾ ਹੈ, ਦੇਸ਼ ਨੂੰ ਭੁੱਖਿਆਂ ਦੇ ਢਿੱਡ ਭਰਦੇ, ਜਦੋਂ ਸਾਡੀ ਥਾਲੀ ਵਿੱਚ ਰੋਟੀ ਹੁੰਦੀ ਹੈ, ਉਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਉਹਨਾਂ ਦੇ ਹੀ ਦਿੱਤਾ ਖਾ ਰਹੇ ਹਾਂ। ਲੇਕਿਨ ਅਗਰ ਅਸੀਂ ਉਹਨਾਂ ਨੂੰ ਇੰਨਾ ਸਤਾ ਰਹੇ ਹਾਂ, ਉਹਨਾਂ 'ਤੇ ਇੰਨਾ ਕਹਿਰ ਢਾ ਰਹੇ ਹਾਂ, ਤਾਂ ਰੋਟੀ ਕਿੱਥੋਂ ਖਾਓਗੇ? ਦੇਸ਼ ਜੋ ਹੈ, ਅਗਰ ਕਿਸਾਨ ਨਾ ਹੋਇਆ ਤਾਂ ਦੇਸ਼ ਨਹੀਂ ਬਚੇਗਾ, ਦੇਸ਼ ਖਤਮ ਹੋ ਜਾਏਗਾ। नो फार्मर्स नो फूड।
सो इस करके अपील है केंद्र सरकार अगे, ਅਸੀਂ रिक्वेस्ट करते हैं, जबकि वैसे उन्होंने मीटिंग ते मीटिंग कर रहे हैं, ਉਹਦਾ कोई सिट्टा नहीं निकल रहा। ਹੁਣ ਅਗਾਂਹ ਦੀ उन्होंने कह दिता है जी अगांह नवीं मीटिंग 15 ਨੂੰ रख दी है, बट लेकिन एटलीस्ट यह सोचना चाहिए है कि इंसानियत नाते, क्योंकि अगर कोई देश का प्रधानमंत्री है, अगर असी करोना काल में आके बार बार देश को संबोधित करते हैं, देश को कहते हैं कि जी हुण थाली वजाओ तो हुण तुसीं मोमबत्तियां जगाओ, तो अज जो किसान वीर बैठे हैं उन्होंने रूबरू होकर एक बारी प्रधानमंत्री जी ने नहीं पूछा कि तुहाडी की समस्या है। जो देश को चला रहे हैं, देश के नागरिक दे देश के देशवासी जिहड़े आ उन्हां सब दीयां समस्यावां सुनन दा उन्हां दा पहल के आधार पर फर्ज बनता है, जो कि नहीं निभाया गया। इस टाइम सिर्फ और सिर्फ मोदी जी ने सियासत नूं मद्देनज़र रखा होया है, जबकि उस चीज़ नूं ना रखण। अगर यह किसानां दे हित विच ही है तो सानूं भी एक बार चंगी तरह समझा दो कि किसानां दे हित विच किद्दां है। पूरे संसार नूं तां समझ नहीं आ रहा कि किसानां दे हित विच किद्दां है कानून। इस करके मोदी जी तुहाडे अगे हथ जोड़ के बेनती है कि जो है कहर ढा रहे हो, जो अन्ने बोले होए पे हो, कृपा करके जाग जाओ तो किसानों नूं उन्हां दा बनदा हक दो। तो इस मतलब जो है जालिम सरकार बनी हुई है, इनू किसी तरीके नाल हुण खत्म करो, कानून रद्द करो, ताकि साडे वीर अपने अपने घरां नूं परतन। वाहिगुरू जी का खालसा, वाहिगुरू जी की फतेह। मैं यूरोप तो आई हाँ एंड मैं इस प्रोटेस्ट ਨੂੰ ਵੇਖਦੇ ਹੋਏ यही कहना चाहूँगी कि साडी सरकार ਨੂੰ ਚਾਹੀਦਾ है कि अगर उन्होंने नवे लॉज कोई लैके आने, एटलीस्ट रेवोल्यूशन ਨੂੰ ਲਿਆਉਣਾ ਚਾਹੀਦਾ है, नवीं टैक्नोलॉजीज़ ਨੂੰ लैके आना चाहिए, ना कि ਜਿਹੜੇ लॉज असी भी एजुकेटेड हाँ, असी पढ़े आ उन्होंने लॉज ਨੂੰ, और मैनू नहीं लगता उन्होंने कोई भी मैनू फ़ायदा नज़र आया। मैं पोस्ट ग्रैजुएट हाँ एंड मैं हुण होर भी अगे स्टडी कर रही हाँ। बीइंग एन एजुकेटेड इंडिपेंडेंट गर्ल और इंडिपेंडेंट वूमेन, आई डोंट थिंक कि ये कोई भी मैनू फ़ायदा नज़र आया होवे। एंड सानू अपने देश नूं वधिया टैक्नोलॉजीज़ लैके आके अगे अगर डेवलपमेंट के नाम पर असी लॉस लैके आने हैं, तो आई थिंक सो कि टैक्नोलॉजीज़ नूं अगे वधाउणा चाहिदा वा। वो शायद आई थिंक कि कोई फ़ायदा दे सकदा अपनी कंट्री नूं, कोई अच्छे रिफॉर्म्स, बट ये भी रिफॉर्म्स च मैनू कुछ भी नज़र नहीं आया कि कुछ भी वधिया हैगा या यूजफुल हैगा। एंड मैं अपने सारे किसान वीरां दे लई, मेरे प्यो समान उत्थे बजुर्ग बैठे ने, दादे समान बैठे ने, उन्हां सारिआं नूं मैं बहुत बहुत उन्हां दे लई मेरे दिल दे विच बहुत भावनावां ने। और मैं चाहूँगी कि वाहिगुरू जी की हजूरी में यही अरदास करूँगी कि वध तो वध जल्दी तो जल्दी उन्हां नूं न्याय मिले और कानून जिहड़े आ ओह रद्द होण। ਅੱਜ ਅਸੀਂ कैंडल मार्च ਕੱਢਿਆ है और ਅਸੀਂ ਸ਼ਰਧਾਂਜਲੀ ਦੇਣ ਆਏ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਇਸ ਪ੍ਰੋਟੈਸਟ ਵਿੱਚ ਆਪਣੀਆਂ ਜਾਨਾਂ ਨੂੰ ਗਵਾਇਆ। ਬੇਔਲਾਦ ਜੋੜਿਆਂ ਦੇ ਲਈ ਵਰਦਾਨ, ਮੈਡੀਕੋਮ ਆਯੁਰਵੈਦਿਕ ਸੈਂਟਰ ਅੰਮ੍ਰਿਤਸਰ। ਗਰਭ ਦਾ ਨਾ ਠਹਿਰਨਾ ਜਿਹੀਆਂ ਬਿਮਾਰੀਆਂ ਦਾ ਸ਼ਰਤੀ ਇਲਾਜ। से लेके 16% तक जो नई जनरेशन के कपल्स हैं वो इनफर्टाइल हैं, क्योंकि उनका खाना पीना, रहन सहन, इनएक्टिव लाइफस्टाइल इसमें बड़ा रोल प्ले करता है। और बेसिकली आज की डेट में 50 से 60% लोग जो माँ बाप नहीं बन पा रहे, वो सिर्फ इसी वजह से हैं कि उसमें एक बहुत बड़ा फैक्टर है इनएक्टिव खान पान की वजह से स्पर्म्स काउंटिंग की कमी होना। निराश हो चुके जोड़े एक बार जरूर संपर्क कर। मेडिकोम आयुर्वेदिक सेंटर अमृतसर।